जुगाद सच है भी सच, नानक होसी भी सच। जल की पीत पवन का थंबा, रक्त बूंद का गारा, हाड़ मास नाड़ी को पिंजर पंखी बसे बिचारा। प्राणी क्या मेरा क्या तेरा, जैसे तरवर पंख बसेरा। प्राणी क्या मेरा क्या तेरा, जैसे तरवर पंख बसेरा। राखो कंध उसारो नीवा, साढ़े तीन हाथ तेरी सीमा। बंके बाल पाग सिर डेरी, ये तन होए को भस्म की ढेरी। पूजे मंदिर पूजे मंदिर, सुंदर नारी राम नाम बिन बाजी हारी। मेरी जात कमीनी बात कमीनी, होशा जन्म हमारा। तुम शरणागत राजा रामचंद्र, कह रविदास तुम्हारा। जोड़ी वाहेगुरु जोड़ी वाहेगुरु, सची प्रीत जी मैं तेरे बिना। सची प्रीत जी मैं तेरे
ਇੱਕੋ ਵਾਰੀ ਕਹਿਣ ਤੇ ਸਾਰੇ ਹੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਜਰਪੁਰ ਨਗਰ ਦੀ ਸੰਗਤ ਰਲ ਮਿਲ ਕੇ ਸਮੂਹ ਦੇਸ਼ਾਂ ਤੇ ਵਿਦੇਸ਼ਾਂ ਦੀ ਸੰਗਤ ਦੇ ਸਹਿਯੋਗ ਨਾਲ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 643ਵਾਂ ਪ੍ਰਕਾਸ਼ ਦਿਹਾੜਾ ਬੜੀ ਚੜ੍ਹਦੀ ਕਲਾ ਨਾਲ, ਬੜੀ ਭਾਵਨਾ, ਬੜੇ ਪਿਆਰ ਨਾਲ ਮਨਾ ਰਹੇ ਹੋ। ਕੱਲ ਰੋਜ਼ ਤੋਂ ਤੁਰਕੀ ਬਾਣੀ ਸ਼੍ਰੀ ਅਖੰਡ ਜਾਪ ਸਾਹਿਬ ਪ੍ਰਾਰੰਭ ਹਨ। ਦੂਸਰੇ ਦਿਨ ਰਾਤਰੀ ਦੇ ਦੀਵਾਨਾਂ ਵਿੱਚ ਆਪ ਜੀ ਸੱਚ ਬੈਠੇ ਹੋ। ਕੱਲ ਰਾਤ ਦੇ ਦੀਵਾਨਾਂ ਵਿੱਚ ਵੀ ਆਪ ਜੀ ਨੇ ਕਟਾਰੀ ਵਾਲੇ ਮਹਾਂਪੁਰਖਾਂ ਦੇ ਜਥੇ ਪਾਸੋਂ ਕੀਰਤਨ ਸਰਵਣ ਕੀਤਾ ਹੈ। ਸੋ ਜਿੰਨਾ ਸਮਾਂ ਮਹਾਰਾਜ ਅੱਜ ਦੇ ਦੀਵਾਨ ਦਾ ਬਖਸ਼ਿਸ਼ ਕਰ ਰਹੇ ਨੇ, ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ, ਜਿਹੜੀਆਂ ਸੰਗਤਾਂ ਹਜੇ ਘਰਾਂ ਵਿੱਚ ਨੇ, ਕਿ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰੀਏ। 9 ਵਜੇ ਤੱਕ ਪ੍ਰਬੰਧਕ ਜਨਾਂ ਵੱਲੋਂ ਹੁਕਮ ਹੈ, ਥੋੜੇ ਸਮੇਂ ਤੋਂ ਬਹੁਤਾ ਲਾਹਾ ਲੈਣ ਦਾ ਯਤਨ ਕਰੀਏ। ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਘਰਾਂ ਦੇ ਕੰਮ ਕਰ ਛੱਡ ਕੇ ਆਲਸ ਤੇ ਨੀਂਦਰਾਂ ਤਿਆਗ ਕੇ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਪਹੁੰਚੀਏ। ਸਤਿਗੁਰਾਂ ਦੇ ਇਤਿਹਾਸ ਦੁਆਰਾ, ਉਹਨਾਂ ਦੀ ਸਿੱਖਿਆ ਦੁਆਰਾ ਕੁਝ ਨਾ ਕੁਝ ਸਿੱਖ ਕੇ ਘਰ ਨੂੰ ਜਾਈਏ। ਗੁਰਪੁਰਬ ਮਨਾਉਣ ਦਾ ਫਾਇਦਾ ਕੀ ਹੈ? ਗੁਰਪੁਰਬ ਕਿਉਂ ਮਨਾਏ ਜਾਂਦੇ ਆ? ਉਹਨਾਂ ਨੂੰ ਯਾਦ ਕਰਨ ਦਾ ਫਾਇਦਾ ਕੀ? ਸਾਖੀ ਦਾ ਮਤਲਬ ਕੀ ਹੈ? ਸਾਖੀ ਦਾ ਅਰਥ ਹੀ ਸਿੱਖਿਆ ਹੈ। ਸਤਿਗੁਰਾਂ ਦੇ ਜੀਵਨ ਦੀ ਸਾਖੀ ਜਿਹੜੀ ਅਸੀਂ ਸੁਣ ਕੇ ਆਪਣੇ ਜੀਵਨ ਵਿੱਚ ਲਾਗੂ ਕਰਕੇ ਉਹ ਤੋਂ ਸਿੱਖਿਆ ਲੈ ਕੇ ਤੁਰਨ ਦਾ ਯਤਨ ਕਰੀਏ। ਮੈਂ ਪਹਿਲਾਂ ਸਪਸ਼ਟ ਕਰ ਦਿੰਦਾ, ਬੇਨਤੀ ਇਤਿਹਾਸ ਆਰੰਭ ਕਰਨ ਤੋਂ ਪਹਿਲਾਂ, ਨਾ ਮੈਂ ਸੁਣਾ ਕੇ ਪਾਰ ਹੋਣਾ, ਨਾ ਤੁਸੀਂ ਸੁਣ ਕੇ ਪਾਰ ਹੋਣਾ। ਅਸਰ ਉਦਣ ਹੋਣਾ ਜਿੱਦਣ ਮਹਾਰਾਜ ਕਹਿੰਦੇ ਸੁਣਿਆ ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਨ ਨਾਓ। ਕਹਿੰਦੇ ਸੁਣ ਸੁਣ ਕੇ ਮਨ ਆਪਣੇ ਜੀਵਨ ਤੇ ਲਾਗੂ ਕਰ। ਬੱਚਾ ਕਲਾਸ ਵਿੱਚ ਜਾਂਦਾ ਹੈ, ਕਲਾਸ 'ਚ ਜਾ ਕੇ ਮਾਸਟਰ ਪੜ੍ਹਾਈ ਵੀ ਜਾਂਦਾ ਹੈ, ਦੇਖੀ ਵੀ ਜਾਂਦਾ ਹੈ, ਸੁਣੀ ਵੀ ਜਾਂਦਾ ਹੈ, ਮਾਸਟਰ ਬੋਲਦਾ ਹੈ ਉਹਦੇ ਵੱਲ ਵੇਖੀ ਵੀ ਜਾਂਦਾ ਹੈ। ਕਿਤਾਬਾਂ ਵੀ ਕਾਲੀਆਂ, ਕਾਪੀ ਵੀ ਕਾਲੀ ਕਰੀ ਜਾਂਦਾ ਹੈ, ਪੈਨ ਵੀ ਘਸਾਈ ਜਾਂਦਾ ਹੈ, ਦਿਮਾਗ 'ਚ ਕੁਝ ਪਾਉਂਦਾ ਨਹੀਂ। ਆਖੋ ਸਤਿਨਾਮ ਵਾਹਿਗੁਰੂ। ਫਿਰ ਮੈਨੂੰ ਦੱਸੋ, ਬਾਹਰ ਫੇਲ ਹੁੰਦਾ ਕਿ ਪਾਸ ਹੁੰਦਾ ਹੈ? ਜਿਹਨੇ ਯਾਦ ਹੀ ਕੁਝ ਨਹੀਂ ਰੱਖਿਆ, ਜਿਹਨੇ ਅਸਰ ਕੋਈ ਨਹੀਂ ਕੀਤਾ ਉਸ ਪੜ੍ਹਾਏ ਹੋਏ ਦਾ, 10 ਸਾਲ ਸਕੂਲ 'ਚ ਜਾਂਦਾ ਰਹੇ, ਸਾਲ ਬਾਅਦ ਫਿਰ ਹੋ ਜਾਂਦਾ ਹੈ। 643 ਸਾਲ ਮਹਾਰਾਜ ਜੀ ਦੇ ਅਵਤਾਰ ਦਿਹਾੜੇ ਨੂੰ ਆਪ ਜੀ ਮਨਾ ਰਹੇ। ਬੜੇ ਪਿਆਰ ਨਾਲ ਬੇਨਤੀਆਂ ਸੁਣਿਓ। 643 ਸਾਲ ਮਹਾਰਾਜ ਨੂੰ ਇਸ ਧਰਤੀ ਤੇ ਆਇਆ ਸਰੀਰ ਕਰਕੇ ਹੋਏ। 151 ਸਾਲ ਸਰੀਰਕ ਜੀਵਨ ਹੋ ਗਿਆ, ਸਰੀਰ ਕਰਕੇ 151 ਵਰੇ ਰਹੇ। 92 ਸਾਲ ਦੀ ਸਤਿਗੁਰਾਂ ਦੀ ਉਮਰ ਹੈ ਜਦੋਂ ਗੁਰੂ ਨਾਨਕ ਮਹਾਰਾਜ ਇਸ ਧਰਤੀ ਤੇ ਆਏ। ਪਰ ਸਾਡੀ ਦੁਨੀਆ ਦਾ, ਸਾਡੇ ਸਮਾਜ ਦਾ, ਸਾਡੇ ਲੋਕਾਂ ਦਾ ਹਜੇ ਇੰਨਾ ਨੀਵਾਂ ਪੱਧਰ ਹੈ, ਇੰਨੀ ਸੋਚ ਛੋਟੀ ਹੈ। ਗੁਰੂ ਕਹਿਣ ਤੇ ਲੜਦੇ ਹੈ, ਭਗਤ ਕਹਿਣ ਤੇ ਲੜਦੇ। ਕੋਈ ਭਗਤ ਕਵੇ ਤਾਂ ਡਾਂਗ ਖੜਕਦੀ ਹੈ, ਕੋਈ ਗੁਰੂ ਕਵੇ ਤਾਂ ਵੀ ਡਾਂਗ ਖੜਕੀ ਜਾਂਦੀ ਹੈ। ਬੇਨਤੀ ਨੂੰ ਬੜੇ ਪਿਆਰ ਨਾਲ ਵਿਚਾਰਿਓ, ਜਿਹੜੀ ਬੇਨਤੀ ਆਪ ਦੇ ਚਰਨਾਂ 'ਚ ਕਰਦਾ। ਹੁਣ ਕੋਈ ਉੱਠ ਕੇ ਮੇਰੇ ਵਰਗਾ ਕਵੇ ਮੈਂ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਮੰਨਦਾ, ਮੈਂ ਗੁਰੂ ਨਾਨਕ ਮਹਾਰਾਜ ਨੂੰ ਗੁਰੂ ਮੰਨਦਾ, ਨਾ ਮਨ ਮੇਰੇ ਮੰਨਣ ਨਾ ਮੰਨਣ ਨਾਲ ਉਹਨਾਂ ਨੂੰ ਕੀ ਫਰਕ ਪੈਂਦਾ? ਫਰਕ ਪੈ ਜੂ ਕੋਈ? ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਰੀ ਦੁਨੀਆ ਕਹੀ ਜਾਵੇ ਨਾਨਕ ਦੇਵ ਜੀ ਗੁਰੂ ਹੈ, ਰਵਿਦਾਸ ਮਹਾਰਾਜ ਜੀ ਗੁਰੂ ਹੈ, ਸਾਡੇ ਕਹਿਣਾ ਬਹੁਤ ਵੱਡੇ ਹੋ ਜਾਣਗੇ। ਮੇਰੇ ਵਰਗਾ ਉੱਠ ਕੇ ਨਿੰਦਿਆ ਕਰੀ ਜਾਵੇ, ਨਾ ਜੀ ਉਹ ਗੁਰੂ ਨਹੀਂ ਹੈ, ਉਹ ਭਗਤ ਹੈ, ਉਹ ਗੁਰੂ ਨਹੀਂ, ਉਹ ਆਮ ਬੰਦੇ ਹੈ। ਇਹ ਘਟ ਜੂ ਕੁਛ? ਉਹ ਜੋ ਹੈਗੇ ਆ ਉਹ ਹੈਗੇ। ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਕੋਈ ਗੁਰੂ ਕਵੇ, ਕੋਈ ਭਗਤ ਕਵੇ, ਕੋਈ ਨਿਰੰਕਾਰ ਕਵੇ, ਕੋਈ ਰੱਬ ਕਵੇ, ਜੋ ਕੋਈ ਕੁਝ ਮਰਜ਼ੀ ਕਵੇ, ਪਰ ਉਹਨਾਂ ਦਾ ਜਿਹੜਾ ਰੁਤਬਾ ਉਹ ਰਹਿਣਾ ਹੀ ਹੈ। ਆਖੋ ਸਤਿਨਾਮ ਵਾਹਿਗੁਰੂ ਜੀ।
ਬੇਨਤੀ ਨੂੰ ਧਿਆਨ ਨਾਲ ਸੁਣਿਓ। ਮੇਰੇ ਵਰਗਾ ਕਥਾਵਾਚਕ, ਮੇਰੇ ਵਰਗਾ ਰਾਗੀ ਕੱਬੇ ਫਸਦਾ ਹੈ। ਉਹ ਸੋਚਦਾ ਰਹਿੰਦਾ ਭਗਤ ਕਵਾਂ ਕਿ ਗੁਰੂ ਕਵਾਂ, ਭਗਤ ਕਹਿ ਕੇ ਸੰਬੋਧਨ ਕਰਾਂ ਕਿ ਗੁਰੂ ਕਹਿ ਕੇ ਸੰਬੋਧਨ ਕਰਾਂ। ਫਿਰ ਉਹ ਵੀ ਮਿੱਠਾ ਜਿਹਾ ਬਾਬਾ ਜੀ ਕਹਿ ਜਾਂਦਾ, ਆਖੋ ਸਤਿਨਾਮ ਵਾਹਿਗੁਰੂ ਜੀ। ਬਾਬਾ ਰਵਿਦਾਸ ਜੀ। ਮੈਂ ਦੋਨੇ ਬੇਨਤੀਆਂ ਤੁਹਾਡੇ ਚਰਨਾਂ 'ਚ ਕਰਨੀਆਂ ਵੀ ਬਾਣੀ ਚੋਂ ਹੈ। ਜੇ ਕੋਈ ਭਗਤ ਕਹਿੰਦਾ ਉਹਦਾ ਵੀ ਕੋਈ ਗੁੱਸਾ ਨਹੀਂ, ਨਾ ਕਰਨਾ ਚਾਹੀਦਾ। ਕਿਉਂ? 1377 ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਹੋਇਆ। 1377 ਕੰਚੀ ਬਨਾਰਸ ਦੀ ਧਰਤੀ, ਸ਼੍ਰੀ ਗੋਵਰਧਨ ਦੀ ਧਰਤੀ ਦੇ ਉੱਤੇ ਪਿਤਾ ਸੰਤੋਖ ਦਾਸ ਜੀ ਦਾ ਘਰ, ਮਾਂ ਕਲਸਾ ਦੇਵੀ ਦੀ ਪਾਵਨ ਕੁੱਖ। ਆਪਾਂ ਨੂੰ ਸਭ ਨੂੰ ਪਤਾ ਹੈ, ਪਰ ਕੁਝ ਕੁ ਬੇਨਤੀਆਂ ਉਹ ਕਰਾਂਗਾ ਜੋ ਸ਼ਾਇਦ ਹੀ ਸਾਡੇ ਚ ਆਉਂਦੀਆਂ, ਕਿਉਂਕਿ ਉਹ ਸੰਗਤ ਨੂੰ ਗੱਲ ਦੱਸਣੀ ਚਾਹੀਦੀ ਹੈ ਜਿਹੜੀ ਘੱਟ ਆਵੇ। ਸਾਖੀਆਂ ਤਾਂ ਆਪਾਂ ਸੁਣਦੇ ਸੁਣਾਉਂਦੇ ਹਾਂ। 1377 ਦੇ ਵਿੱਚ ਮਹਾਰਾਜ ਦਾ ਆਗਮਨ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ। ਪਿਛਲੀ ਵਾਰ ਵੀ ਜਦੋਂ ਆਪਾਂ ਰਾਤ ਦੇ ਦੀਵਾਨ ਤੇ ਹਾਜ਼ਰੀ ਭਰੀ, ਮੈਂ ਬੇਨਤੀ ਕੀਤੀ ਸੀ ਕਦੇ ਵੀ ਗੁਰੂ ਸਾਹਿਬਾਨਾਂ ਦੇ ਅਵਤਾਰ ਦਿਹਾੜੇ ਨੂੰ ਜਨਮ ਦਿਨ ਨਹੀਂ ਕਹਿਣਾ। ਇਹ ਸ਼ਬਦ ਨਹੀਂ ਬੋਲਣਾ ਸਤਿਗੁਰੂ ਰਵਿਦਾਸ ਮਹਾਰਾਜ ਦਾ ਜਨਮ ਦਿਨ ਮਨਾ ਰਹੇ, ਗੁਰੂ ਨਾਨਕ ਮਹਾਰਾਜ ਦਾ ਜਨਮ ਦਿਨ ਮਨਾ ਰਹੇ, ਕਿਉਂਕਿ ਜੰਮਦਾ ਤੇ ਮਰਦਾ ਇਨਸਾਨ ਹੈ, ਰੱਬ ਨਹੀਂ ਜੰਮਦਾ ਨਾ ਮਰਦਾ। ਸਾਡੇ ਘਰਾਂ 'ਚ ਸਾਡੇ ਦਾਦੇ, ਸਾਡੇ ਪੜਦਾਦੇ, ਜਿਨ੍ਹਾਂ ਦਾ ਪੜਦਾਦਾ ਘਰ ਨਹੀਂ, ਉਹ ਕੀ ਕਹਿੰਦਾ, ਮੇਰਾ ਪੜਦਾਦਾ ਸੀ, ਮੇਰਾ ਦਾਦਾ ਸੀ, ਹੁਣ ਕਿੱਥੇ ਹੈ, ਮਰ ਗਏ। ਕਦੇ ਇਹ ਕਹਿ ਸਕਦੇ ਹੋ ਵੀ ਰਵਿਦਾਸ ਮਹਾਰਾਜ ਸੀ, ਆਖੋ ਸਤਿਨਾਮ ਵਾਹਿਗੁਰੂ ਜੀ। ਗੁਰੂ ਨਾਨਕ ਮਹਾਰਾਜ ਸੀ, ਅਸੀਂ ਕਹਿੰਦੇ ਉਹ ਅੱਜ ਵੀ ਹੈਗੇ। ਤੇ ਜੇ ਅੱਜ ਵੀ ਹੈਗੀ ਹੈ ਫਿਰ ਜਨਮ ਕਿਵੇਂ ਹੋ ਗਿਆ? ਜੇ ਮੌਤ ਨਹੀਂ ਹੋਈ ਫਿਰ ਜਨਮ ਕਿਉਂ? ਬਾਣੀ ਨੇ ਸਿੱਧ ਕਰ ਦਿੱਤਾ ਹੈ, ਜਨਮ ਮਰਨ ਦੋਹੂ ਮੈਂ ਨਹੀਂ, ਜਨ ਪਰ ਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ ਹਰਸ ਲੈਣ ਮਿਲਾਏ। ਨਾ ਜੰਮਦੇ ਐ ਨਾ ਮਰਦੇ ਐ, ਸਰੀਰ ਕਰਕੇ ਆਉਂਦੇ ਐ, ਸਰੀਰ ਕਰਕੇ ਜਾਂਦੇ ਐ। ਹੁਣ 1377 ਵਿੱਚ ਪ੍ਰਕਾਸ਼, ਉਸ ਘਰ 'ਚ ਪ੍ਰਕਾਸ਼ ਹੁੰਦਾ ਹੈ ਜਿਨ੍ਹਾਂ ਨੂੰ ਲੋਕ ਸ਼ੂਦਰ ਤੇ ਨੀਚ ਕਹਿੰਦੇ। ਮਾਫ ਕਰਿਓ, ਇਹ ਸ਼ਬਦ ਤਾਂ ਵਰਤਦਾ ਹੈ ਕਿਉਂਕਿ ਇਤਿਹਾਸ ਦੇ ਵਿੱਚ ਇਹ ਸ਼ਬਦ ਵਰਤੇ ਗਏ। ਜਿਨ੍ਹਾਂ ਨੂੰ ਲੋਕ ਚਮਿਆਰ ਕਹਿੰਦੇ ਹੈ, ਲੋਕ ਸ਼ੂਦਰ ਕਹਿੰਦੇ ਹੈ, ਇਹ ਵੀ ਬੇਨਤੀ ਹੈ ਕਿ 4 ਵਰਗ ਵੰਡ ਕੀਤੇ ਗਏ। 4 ਖੱਤਰੀ, ਬ੍ਰਾਹਮਣ, ਸ਼ੂਦਰ ਤੇ ਵੈਸ਼। ਮੰਦਰ ਵਿੱਚ ਬ੍ਰਾਹਮਣ ਜਾਵੇ, ਖੱਤਰੀ ਜਾਵੇ, ਕੋਈ ਰੋਕ ਨਹੀਂ। ਮੰਦਰ ਵਿੱਚ ਜਾ ਕੇ ਘੜਿਆਲ ਬ੍ਰਾਹਮਣ ਤੇ ਖੱਤਰੀ ਵਜਾਉਣ, ਕੋਈ ਰੋਕ ਨਹੀਂ। ਮੰਦਰ ਵਿੱਚ ਜਾ ਕੇ ਖੱਤਰੀ ਤੇ ਬ੍ਰਾਹਮਣ ਆਰਤੀ ਕਰਨ, ਕੋਈ ਰੋਕ ਨਹੀਂ। ਨਾ ਮੰਦਰ 'ਚ ਵੈਸ਼ ਜਾਵੇ ਨਾ ਸ਼ੂਦਰ ਜਾਵੇ। ਵੈਸ਼ਾਂ 'ਚ ਕੌਣ ਹੈ? ਸਾਡੇ ਜੀਵੀਦਾਰ ਭਰਾ। ਸ਼ੂਦਰਾਂ 'ਚ ਕਿਹਨੂੰ ਰੱਖਿਆ ਗਿਆ? ਵਰਨ ਵੰਡ ਨੇ। ਚੀਵਰ, ਨਾਈ ਪਰਿਵਾਰ, ਕਸਾਈ ਪਰਿਵਾਰ, ਰਵਦਾਸੀਆ ਪਰਿਵਾਰ, ਹੋਰ ਜਿੰਨੇ ਨੀਵੀਂ ਜਾਤ ਦੇ ਆਪਾਂ ਗਿਣਦੇ ਸੀ ਪੁਰਾਣੇ ਸਮੇਂ 'ਚ, ਜਾਤ ਕੋਈ ਨੀਵੀਂ ਨਹੀਂ। ਮੈਂ ਫਿਰ ਬੇਨਤੀ ਕਰਦਾ, ਇਹ ਵਰਨ ਵੰਡ ਕੀਤੀ ਗਈ ਕਿ ਮੰਦਰਾਂ ਦੇ ਵਿੱਚ ਕੇਵਲ ਖੱਤਰੀ ਤੇ ਬ੍ਰਾਹਮਣ ਜਾਣਗੇ, ਨਾ ਜੀਵੀਦਾਰ ਜਾ ਸਕਦਾ, ਨਾ ਰਵਦਾਸੀਏ ਚੀਵਰ ਵੀਰ ਜਾ ਸਕਦੇ। ਤੇ ਸਤਿਗੁਰਾਂ ਦਾ ਪ੍ਰਕਾਸ਼ ਉਸ ਘਰ 'ਚ ਹੋਇਆ ਜਿਨ੍ਹਾਂ ਨੂੰ ਲੋਕ ਨੀਚ ਕਹਿੰਦੇ ਸੀ, ਜਿਨ੍ਹਾਂ ਨੂੰ ਨੀਵੇਂ ਕਹਿੰਦੇ ਸੀ, ਸ਼ੂਦਰ ਕਹਿੰਦੇ ਸੀ। ਤੇ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਹੋਇਆ, ਤੀਸਰੇ ਦਿਨ ਭਗਤ ਰਾਮਾਨੰਦ ਮਹਾਰਾਜ ਜੀ ਪਿਤਾ ਸੰਤੋਖ ਦਾਸ ਦੇ ਘਰ ਆ ਖੜੇ। ਇੱਥੇ ਇੱਕ ਬੇਨਤੀ ਗੌਰ ਨਾਲ ਸੁਣਿਓ। ਸਾਡੇ ਇੱਥੇ ਸਾਖੀ ਪ੍ਰਚਲਿਤ ਹੈ ਕਿ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਪਿਛਲੇ ਜਨਮ 'ਚ ਰਾਮਾਨੰਦ ਮਹਾਰਾਜ ਦੇ ਸੇਵਕ ਸਨ। ਗਜਾ ਕਰਕੇ ਲਿਆਉਂਦੇ ਸੀ, ਭਾਵ ਘਰ ਘਰ ਤੋਂ ਦਾਲ ਸੀਦਾ ਇਕੱਠਾ ਕਰਨਾ, ਲਿਆ ਕੇ ਰਾਮਾਨੰਦ ਮਹਾਰਾਜ ਜੀ ਨੂੰ ਤਿਆਰ ਕਰਕੇ ਛਕਾਉਣਾ।
एक दिन कहते मीह पैंदा है, बारिश पैंदी है, मौसम खराब है। सतगुरु रविदास महाराज पिछले जन्म च मीह कारण गलियां च गारा चिकड़ कारण एक सेठां दी दुकान ते बैठे। ये साखी प्रचलित है, पर मैं तर्क करांगा इहदे ते, तुसीं भी विचार करियो। कहते वो दुकानदार सेठ पुछदे है, कहते महापुरखो बारिश पैंदी है, मौसम खराब है, रास्ता खराब है, किथे घर घर जाके तुसीं इकट्ठा करोगे दान सीधा, साडी दुकान तो ही लै जाओ, जिन्ना चाहिए इत्थों लै जाओ, असीं सेवा कर दिंदे आ। कहते सेवा वो दुकानदारां ने करती। महाराज लैके वापस आश्रम च आ गए, आके भोजन तैयार किया, रामानंद महाराज नूं परोसिया। रात पई, रामानंद महाराज बंदगी विच ध्यान जोड़ते ने, ध्यान जुड़दा नहीं। ये साखी लिखी हुई। सवेर हुई, सतगुरु रविदास महाराज को कोल बुलाया पिछले जन्म च। कहते कल जेड़ी गजा करके दाल सीधा जल पानी तैयार किया है, ये गजा कित्थों कीती है? रविदास महाराज जी कहते जी ये फलाने सेठां दी दुकान तो, क्योंकि मौसम खराब सी, रास्ते खराब सन, जा नहीं सके। ये रामानंद महाराज कहते वो लोग ਜਿਹੜੇ ਗਰੀਬਾਂ ਦਾ ਖੂਨ ਚੂਸਦੇ ਹੈ, ਹੱਕ ਦੀ ਕਮਾਈ ਨਹੀਂ ਕਰਦੇ, ਉਹਨਾਂ ਦੇ ਘਰ ਦਾ ਲਿਆ ਕੇ ਮੈਨੂੰ ਸ਼ਿਕਾਇਆ, ਜਾ ਤੇਰਾ ਅਗਲਾ ਜਨਮ ਨੀਚਾਂ ਦੇ ਘਰ ਹੋ। ਇਹ ਲਿਖਿਆ ਨੇ, ਇਤਿਹਾਸ ਪੜ੍ਹਦੇ ਹੋ, ਸੁਣਦੇ ਹੋ, ਤੇਰਾ ਅਗਲਾ ਜਨਮ ਨੀਚਾਂ ਦੇ ਘਰ। ਹੁਣ ਇਹਦਾ ਮਤਲਬ ਕੀ ਹੈ? ਹੁਣ ਮੈਂ ਤਰਕ ਦੇ ਰਹੀ ਹਾਂ। ਇਹਦਾ ਮਤਲਬ ਇਹੀ ਹੈ कि रामानंद महाराज के अंदर भी जात पात है। आखो सतनाम वाहिगुरु जी। ऊंच नीच का फर्क है, इस गल ते मनोगे तां ही क्या नीचा दे घर आएगा। अच्छा हुण दूजी बेनती, जे सतगुरु रविदास महाराज जी के गुरु रामानंद महाराज मन च जात पात का फर्क रखते होंगे, अज रामानंद महाराज गुरु ग्रंथ साहब च बैठे ना होंगे। आखो सतनाम वाहिगुरु जी। हुण गल्लां दो ने, जां ते ओह प्रचलित साखी मनीए, जां फिर गुरु ग्रंथ साहब जी की विचारधारा मनीए। जे रामानंद महाराज की यह साखी मननी है भी तेरा जन्म नीच घर च होएगा, तो समझो उन्हां दे अंदर उच नीच है। जे उन्हां दे अंदर उच नीच है, फिर वो गुरु ग्रंथ साहब च नहीं सी बहिंदे, बाकी मोड़े वो भी मोड़ देंदे, पर उन्हां दी बाणी दर्ज है गुरु ग्रंथ साहब च। इहदा मतलब उन्हां दे अंदर वड्डे छोटे का कोई फर्क नहीं, उन्हां दी सोच गुरु नानक सतगुरु रविदास महाराज वाली ही सोच है। फिर साखी इत्थों झूठी पै जाती है। तो सतनाम वाहिगुरु जी। हुण रिहा सवाल भी तीजे दिन महाराज क्यों आए? रामानंद महाराज ये वचन किया जाता भी शराब मिलिया करके 3 दिन महाराज ने दुध नहीं सी पीता मां का, तीसरे दिन पीता। हुण अज भी घर च बच्चे जमदे, जमदा ही पीण लग जाता, 2-3 दिन का अज भी ला दिंदा है। आखो सतनाम वाहिगुरु जी। चंगी तरह मां अपनी का दुध पीण नूं 2-3 दिन अज भी बच्चा लाउंदा, नव जम्मिया। ते हुण ते साधन ही बहुत ने, डॉक्टर ड्रॉपर दिंदे आ भी मां का दुध ड्रॉपर नाल पिलाओ जी। आपां गल करदे 643 साल पिछे दी, उदों की साधन सीगे? कुछ भी नहीं। मावां बत्तियां फट के दुध च भिओ के मूंह चों रसा पाउंदियां सी दुध दा। अज तो 50-60 साल पिछे चल जाओ, 650 साल छड्डो, 60-70 साल पहला बुजुर्ग बैठे है, ਜਦੋਂ ਬੱਚੇ ਦਾ ਪੇਟ ਦੁਖਦਾ ਸੀ ਮਾਂ ਮੂੰਹ ਨਾਲ ਸੌਂਫ ਚੱਬਦੀ ਸੀ, ਫਿਰ ਉਹਨੂੰ ਕੱਪੜੇ ਦੀ ਬੱਤੀ ਨਾਲ ਉਹ ਰਸਾ ਜਿਹੜਾ ਸੀ ਬੱਚੇ ਦੇ ਮੂੰਹ 'ਚ ਪਾਉਂਦੀ ਸੀ, ਕੱਪੜੇ ਦੀ ਬੱਤੀ ਵੱਟ ਕੇ। 60-70 ਸਾਲ ਪਹਿਲਾਂ ਤੇ ਮਹਾਰਾਜ ਦਾ ਜ਼ਿਕਰ ਹੈ 643 ਸਾਲ ਪਿੱਛੇ। ਇੱਕ ਪ੍ਰਮਾਣ ਹੋਰ ਲੈ ਲਓ, ਫਿਰ ਅੱਗੇ ਚੱਲਦੇ ਹਾਂ। ਅੱਜ ਤੋਂ 60-70 ਸਾਲ ਪਿੱਛੇ ਬੰਦਾ ਮਾਲਪੁਰ ਨੂੰ ਤੁਰ ਕੇ ਜਾਂਦਾ ਸੀ, ਸੈਲੇ ਨੂੰ ਤੁਰ ਕੇ ਜਾਂਦਾ ਸੀ, गढ़ शंकर ਨੂੰ ਤੁਰ ਕੇ ਜਾਂਦਾ ਸੀ, ਹੁਸ਼ਿਆਰਪੁਰ ਨੂੰ ਤੁਰ ਕੇ ਜਾਂਦਾ ਸੀ। ਅੱਜ ਕਹੋ ਕਿਸੇ ਨੂੰ ਜਾਊਗਾ? 60-70 ਸਾਲ ਪਹਿਲਾਂ ਤੁਰ ਕੇ ਜਾਂਦਾ ਸੀ,
ਅੱਜ ਬੰਦੇ ਨੂੰ ਕੋ ਤੁਰ ਕੇ ਸੌਦਾ ਲਿਆ ਹੁਸ਼ਿਆਰਪੁਰ ਤੋਂ, ਅੱਜ ਤੇ ਨੱਕਾ ਮੋੜਨ ਜਾਣਾ ਤਾਂ ਮੋਟਰਸਾਈਕਲ ਚਾਹੀਦਾ, ਭਈਆਂ ਨੂੰ ਖੇਤ 'ਚ ਚਾਹ ਦੇਣ ਜਾਣੀ ਤਾਂ ਮੋਟਰਸਾਈਕਲ ਚਾਹੀਦਾ। ਫਿਰ ਜੇ 60 ਸਾਲ ਪਿੱਛੇ ਨਾਲ ਨਹੀਂ ਰਲ ਸਕਦੇ ਆਪਾਂ, 600 ਸਾਲ ਨਾਲ ਕਿੱਥੋਂ ਰਲ ਜਾਓਗੇ? ਜਦੋਂ ਕੋਈ ਰਸਤਾ ਨਹੀਂ, ਜਦੋਂ ਕੋਈ ਸੜਕਾਂ ਨਹੀਂ, ਜਦੋਂ ਕੋਈ ਪੱਗ ਡੰਡੀਆਂ ਸਨ, ਕੱਚੇ ਰਸਤੇ, ਜੰਗਲ ਹੀ ਜੰਗਲ। ਅੱਜ ਜਿਹੜੀਆਂ ਫੈਕਟਰੀਆਂ ਬਣੀਆਂ ਵੇਖਦੇ ਹੋ, ਅੱਜ ਜਿਹੜੀ ਡਿਵੈਲਪਮੈਂਟ ਹੋਈ ਵੇਖਦੇ ਹੋ, ਕਿਤੇ ਸੀ ਕੁਛ ਨਹੀਂ ਸੀ, ਛੱਪਰੀਆਂ ਸਨ, ਕੁਟੀਆਂ ਸਨ। ਇਸ ਕਰਕੇ ਕਦੇ ਵੀ ਉਹ ਸਮਾਂ ਅੱਜ ਨਾਲ ਨਾ ਗੁਜ਼ਾਰੋ। ਆਪਣੇ ਘਰ 'ਚ ਮਾਪੇ ਹੈ, ਤੁਹਾਡੇ ਮਾਪੇ ਵਾਲਾ ਸਮਾਂ ਅੱਜ ਨਹੀਂ ਹੈ। 30 ਸਾਲਾਂ 'ਚ ਹੀ ਬਦਲ ਗਿਆ ਸਾਰਾ ਕੁਝ। ਸਾਡੇ ਖੁਦ ਦਾ ਸਮਾਂ ਮੈਂ ਦੱਸਦਾ, ਮੇਰੀ 35 ਸਾਲ ਦੀ ਉਮਰ, ਅਸੀਂ ਲੱਕੜ ਦੀਆਂ ਫੱਟੀਆਂ ਦੇ ਉੱਤੇ ਸਕੂਲਾਂ 'ਚ ਲਿਖਦੇ ਹੁੰਦੇ ਸੀ। ਹੁਣ ਲਿਖਦੇ ਹੋ? 10-15 ਸਾਲਾਂ 'ਚ ਬਦਲ ਗਿਆ ਸਾਰਾ ਕੁਝ। ਤੇ ਜੇ 15-20 ਸਾਲਾਂ ਦਾ ਕੋਈ ਮੇਲ ਨਹੀਂ, 650 ਸਾਲ ਦਾ ਮੇਲ ਕਿੱਥੋਂ ਕਰ ਲਓ? ਹਰ ਇੱਕ ਗੱਲ ਦੀ ਸੋਚ ਰੱਖਿਆ ਕਰੋ, ਫਿਰ ਅੱਗੇ ਤੁਰਿਆ ਕਰੋ। ਮਹਾਰਾਜ ਨੇ ਸਾਨੂੰ ਦਿਮਾਗ ਦਿੱਤਾ ਹੈ, ਸੋਚਣ ਸ਼ਕਤੀ ਦਿੱਤੀ ਹੈ। ਜਿੰਨਾ ਧਿਆਨ ਫੋਨਾਂ ਤੇ ਤਾਂ WhatsApp ਤੇ ਲੱਗਦਾ, ਇੰਨਾ ਗੁਰੂ ਦੇ ਗਿਆਨ ਤੇ ਲਾ ਲਿਆ ਕਰੋ। ਅੱਜ ਬੰਦੇ ਨੂੰ ਇਹ ਨਹੀਂ ਪਤਾ ਮੈਂ ਪਾਠ ਕਰਨਾ ਕਿ ਨਹੀਂ। ਬੰਦਾ ਇਹ ਕਹਿੰਦਾ ਜੇ ਕਿਤੇ ਰਿਸ਼ਤੇਦਾਰੀ 'ਚ ਜਾਂਦਾ, ਚਾਰਜਰ ਲੈ ਲਿਆ, ਤੇ ਜਿੱਥੇ ਕਿਤੇ ਰਿਸ਼ਤੇਦਾਰੀ 'ਚ ਜਾਂਦਾ, ਪਲੱਗ ਦੇ ਲਾਗੇ ਹੋ ਕੇ ਬਹਿੰਦਾ, ਬਹਿੰਦੇ ਸਾਰ ਫੋਨ ਚਾਰਜ ਲਾਉਂਦਾ। ਉਹ ਫਿਕਰ ਜ਼ਿਆਦਾ ਹੈ। ਗੁਰੂ ਦੀ ਇੱਕ ਸਾਖੀ ਸਾਨੂੰ ਨਹੀਂ ਪਤਾ। 643 ਸਾਲਾਂ 'ਚ 40 ਸ਼ਬਦ, ਇੱਕ ਸ਼ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ 'ਚ ਦਰਜ ਹੈ। 40 ਸ਼ਬਦ ਕੰਠ ਕਿਹਨੂੰ ਹੋਏ? 40 ਸ਼ਬਦਾਂ ਦੇ ਅਰਥ ਕਿਹਨੂੰ ਪਤਾ ਹੈ? ਗਾਣਾ ਕੱਲ ਨੂੰ ਕੋਈ ਆ ਜਾਵੇ ਤਾਂ ਬਾਜੀ ਕੰਠ ਕਰ ਲੈਣਾ, ਆਖੋ ਸਤਨਾਮ ਵਾਹਿਗੁਰੂ ਜੀ। ਵਚਨ ਥੋੜੇ ਜਿਹੇ ਇਦਾਂ ਦੇ ਹੋਣੇ ਆ, ਪਚਾਈ ਜਾਇਓ। ਜੇ ਗੁਰਮਤਿ ਤੋਂ ਬਾਹਰ ਕੋਈ ਹੋਇਆ, ਤੁਸੀਂ ਟੋਕਦੇ ਹੋ ਵੀ ਤੂੰ ਗਲਤ ਕਹਿ ਰਿਹਾ ਵੀ। ਪੁੱਠੀ ਚਾਲੀ ਸਾਡੇ ਸਮਾਜ ਦੀ ਚੱਲੀ ਹੈ। ਅੱਜ ਸਾਡੇ ਨਗਰ ਕੀਰਤਨ ਤੇ ਦੁਸਹਿਰੇ 'ਚ ਫਰਕ ਹੀ ਕੋਈ ਨਹੀਂ। ਦੁਸਹਿਰੇ ਦੀਆਂ ਝਾਕੀਆਂ ਮੋਰੇ ਲੋਕ ਨੱਚਦੇ ਤੇ ਸਤਿਗੁਰ ਦੀ ਫੋਟੋ ਮੋਰੇ ਲੋਕ ਨੱਚਦੇ। ਮੈਨੂੰ ਦੱਸੋ, ਰਵਿਦਾਸ ਮਹਾਰਾਜ ਨੇ ਕਿੱਥੇ ਕਿਹਾ ਨੱਚੋ ਵੀ ਮੇਰਾ ਗੁਰਪੁਰਬ ਮਨਾਓ ਨੱਚ ਕੇ? ਡੀਜੇ ਪਾਓ, ਚੀਕਾਂ ਮਾਰੋ, ਸ਼ਰਾਬਾਂ ਪੀਓ। ਇੱਕ ਬੰਦਾ ਮੈਨੂੰ ਸਿੱਧ ਕਰ ਦਿਓ, ਮੈਂ ਬਾਪੂ ਦੀ ਬਾਣੀ ਚੋਂ ਹੀ ਉਹਦਾ ਜਵਾਬ ਦੇ ਦਿੰਦਾ। ਸਤਿਗੁਰੂ ਰਵਿਦਾਸ ਮਹਾਰਾਜ ਦੀ ਬਾਣੀ ਚੋਂ ਰੋਜ਼ ਪੜ੍ਹਦੇ ਹੋ, ਆਰਤੀ ਸਭ ਦੇ ਕੰਠ ਹੋਏਗੀ। ਪਹਿਲੀਆਂ 2 ਪੰਕਤੀਆਂ ਚੱਕ ਲਓ, ਬਹੁਤ ਨੇ। ਪਹਿਲੀਆਂ 2 ਪੰਕਤੀਆਂ, ਨਾਮ ਤੇਰੋ ਆਰਤੀ ਬੋਲੋ ਕਰੋ। ਸਾਧ ਸੰਗਤ ਤੁਸੀਂ ਬੋਲੋ ਜੀ, ਨਾਮ ਤੇਰੋ ਆਰਤੀ। ਅੱਛਾ ਜੀ, ਹਰ ਕੇ ਨਾਮ ਬਿਨ। ਹੁਣ ਇਹਦੇ ਅਰਥ ਪਤਾ ਕਿ ਦੱਸਾਂ? ਵੀ ਰੱਬ ਦੇ ਨਾਮ ਤੋਂ ਬਿਨਾਂ ਸਭ ਕੁਝ ਝੂਠ ਹੈ। ਰੱਬ ਦੇ ਨਾਮ ਬਿਨਾਂ ਕੁਝ ਵੀ ਸੱਚ ਨਹੀਂ। ਵੇ ਮਹਾਰਾਜ ਦੇ ਗੁਰਪੁਰਬ ਨੂੰ ਲਾ ਕੇ ਦੁਨਿਆਵੀ ਗੀਤ ਨੱਚਣਾ, ਮੈਨੂੰ ਦੱਸੋ ਨੱਚ ਟੱਪ ਕੇ ਭਗਤੀ ਕਿਹੜੀ ਹੁੰਦੀ ਹੈ? ਮੀਰਾ ਬਾਈ ਨੱਚਦੀ ਰਹੀ ਹੈ। ਕ੍ਰਿਸ਼ਨ ਮਹਾਰਾਜ ਜੀ ਦੀ ਸੇਵਾਦਾਰ ਸੀ ਨਾ ਪਹਿਲਾਂ। ਢੋਈ ਕਿੱਥੇ ਮਿਲੀ? ਜਦੋਂ ਪੂਰੇ ਗੁਰੂ ਦੇ ਚਰਨਾਂ ਨਾਲ ਲੱਗ ਕੇ ਨਾਮ ਜਪਿਆ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੱਚਿਆ ਟੱਪਿਆ ਭਗਤ ਨਾ ਹੋਈ। ਨੱਚਣ ਨਾਲ ਟੱਪਣ ਨਾਲ ਕਦੇ ਭਗਤੀ ਨਹੀਂ ਹੁੰਦੀ। ਤੇ ਫੇਰ ਬਾਣੀ ਦੀ ਪੰਕਤੀ ਕੱਢ ਕੇ ਦੱਸ ਦੇਣਗੇ, ਨੱਚਣ ਕੁੱਦਣ ਮਨ ਗਾਜਾ। ਅੱਗੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਆ, ਪਰ ਅਗਲੀ ਪੰਕਤੀ ਨਹੀਂ ਪੜੀ, ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ। ਮਾਰੇ ਕਹਿੰਦੇ ਨੱਚਣਾ ਕੁੱਦਣਾ ਮਨ ਦਾ ਚਾਹ ਹੈ, ਗੁਰੂ ਦਾ ਨਹੀਂ। ਇਹ ਮਨ ਦੀ ਇੱਛਾ ਵੀ ਮੈਂ ਨੱਚਾਂ, ਮੈਂ ਮਨੋਰੰਜਨ ਕਰਾਂ। ਗੁਰੂ ਕਿੱਥੇ ਕਹਿੰਦਾ ਨੱਚੋ? ਗੁਰੂ ਕਹਿੰਦਾ ਹੈ ਨਾਮ ਦੀ ਜੋਤ ਜਗਾਓ, ਤੁਹਾਡੇ ਹਨੇਰੇ ਭਵਨ 'ਚ ਨਾਮ ਦੀ ਜੋਤ ਜਗੇ, ਗਿਆਨ ਦਾ ਚਾਨਣ ਹੋਵੇ। ਧਾਗੇ ਤਵੀਤਾਂ ਤੇ ਨਗਾਂ 'ਚੋਂ ਬਾਹਰ ਆਓ। ਤੁਸੀਂ ਆਖੋ ਸਤਨਾਮ ਵਾਹਿਗੁਰੂ ਜੀ। ਇੱਕ ਆਪਣਾ ਬੜਾ ਫੇਵਰਟ ਦੋਹਰਾ ਕਬੀਰ ਜੀ ਦਾ, ਕਬੀਰ ਹਰ ਸਰੋਈਆ ਛੱਡ ਕੇ ਗ੍ਰਹਿ ਆਨ ਕੀ ਆਸ, ਤੇ ਨਾਲ ਦੋਜਕ ਜਾਹਿੰਗੇ ਸਤ ਭਖ ਹੈ ਰਵਿਦਾਸ। ਮੈਨੂੰ ਦੱਸੋ ਅਸਰ ਕਿਹਨੇ ਕੀਤਾ ਹੈ? ਅਸਰ ਕਿਹਨੇ ਕੀਤਾ ਹੈ? ਕਹਿੰਦੇ ਰੱਬ ਦੇ ਹੀਰੇ ਰੂਪੀ ਨਾਮ ਨੂੰ ਛੱਡ ਕੇ
जे आले दुआले आसा रखोगे नरकां नूं जाओगे। ते मेरे नाल घुम लिया करो रात के दीवाना ते तुहानूं चौंकां 'च झाड़ू खिलरे मैं दिखा दूंगा, संदूर डोले मैं दिखा दूं, शराब दीयां बोतलां टूणे करके रखियां मैं दिखा दूं। जुड़िया कौन? अमृत छक के पिपड़ा नूं पूजदे मैं दस देना। असर कौन करता है? मेरे अगे गाउण वाले बहुत ने, पर महाराज कहते हैं कला गाउण नाल गुरु खुश नहीं होता। महाराज का वचन की है? महाराज कहते जिन्ना चिर उस वचन का असर नहीं कोई फायदा नहीं। सतगुरु रविदास महाराज जी सुनी चलियो प्यार नाल जी, बिल्कुल है जो ना करो बैठी करो। 1377 ਵਿੱਚ ਆਗਮਨ ਹੁੰਦਾ ਹੈ। ਤੀਜੇ ਦਿਨ ਰਾਮਾਨੰਦ ਮਹਾਰਾਜ ਜੀ ਆਏ। ਇਹ ਨਹੀਂ ਵੀ ਨਹੀਂ ਆਏ, ਆਏ ਨੇ। ਹੁਣ ਸਵਾਲ ਇਹ ਕਿਉਂ ਆਏ? ਅਗੇ ਜੀ ਤੀਜੇ ਦਿਨ ਆਏ, ਮੱਥੇ ਤੇ ਪਿਆਰ ਦਿੱਤਾ, ਕੰਨ 'ਚ ਕਹਿਤਾ ਦੁੱਧ ਪੀ ਲੈ, ਜੋ ਹੋਣਾ ਸੀ ਹੋ ਗਿਆ। ਹੁਣ ਸੁਣੋ ਕਿਉਂ ਆਏ। ਜਦੋਂ ਸਤਿਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪਿਤਾ ਸੰਤੋਖ ਦਾਸ ਜੀ ਦੇ ਘਰ 'ਚ ਹੋਇਆ ਤੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਜਿੱਦਣ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਪ੍ਰਕਾਸ਼ ਪਟਨੇ 'ਚ ਹੋਇਆ, ਕੜਾਮ ਦੇ ਭੀਖਣ ਸ਼ਾਹ ਫਕੀਰ ਨੂੰ ਮੈਸੇਜ ਕੀਤਾ ਕਿਸੇ ਨੇ ਵੀ ਆ ਕੇ ਦਰਸ਼ਨ ਕਰ। ਉਹ 5 ਟਾਈਮ ਦਾ ਨਵਾਜੀ ਪੰਜਾਬ ਦੇ ਕੜਾਮ ਸ਼ਹਿਰ 'ਚ ਰਹਿੰਦਾ ਸੀ। ਰੋਜ਼ 5 ਟਾਈਮ ਨਵਾਜ਼ ਲੈਂਦੇ ਪਾਸੇ ਨੂੰ ਮੂੰਹ ਕਰਕੇ ਪੜ੍ਹਦਾ ਸੀ। ਜਿੱਦਣ ਗੁਰੂ ਗੋਬਿੰਦ ਰਾਏ ਮਹਾਰਾਜ ਦਾ ਪਟਨੇ 'ਚ ਬਿਹਾਰ 'ਚ ਪ੍ਰਕਾਸ਼ ਹੋਇਆ, ਉਦੋਂ ਚੜ੍ਹਦੇ ਪਾਸੇ ਨੂੰ ਮੂੰਹ ਕਰਕੇ ਨਵਾਜ਼ ਪੜ੍ਹਦਾ। ਨਾਲ ਦੇ ਚੇਲੇ ਕਹਿੰਦੇ ਸਾਈਂ ਜੀ ਗਲਤ ਕਰ ਰਹੇ ਹੋ, ਇਹ ਪੁੱਠਾ ਪਾਸਾ ਹੈ, ਸ਼ਰਾਂ 'ਚ ਲੈਂਦੇ ਪਾਸੇ ਪੜੀ ਦੀ ਹੈ, ਮਰਜ਼ਾਦਾ ਲੈਂਦੇ ਪਾਸੇ ਨੂੰ ਹੈ। ਸਾਈਂ ਭੀਖਣ ਸ਼ਾਹ ਕਹਿੰਦੇ ਜਿਹੜਾ ਅੱਲਾ ਮੈਨੂੰ ਲੈਂਦੇ ਪਾਸੇ ਦੀਦਾ ਸੀ ਨਾ, ਅੱਜ ਮੈਨੂੰ ਚੜ੍ਹਦੇ 'ਚ ਦਿਸਦਾ ਹੈ। ਚਲੋ ਚੱਲ ਕੇ ਦਰਸ਼ਨ ਕਰਨ ਚੱਲੀਏ। 1.5 ਮਹੀਨਾ ਲੱਗਾ ਭੀਖਣ ਸ਼ਾਹ ਨੂੰ ਕੜਾਮ ਸ਼ਹਿਰ ਤੋਂ ਪੰਜਾਬ ਤੋਂ ਪਟਨੇ ਨੂੰ ਚੱਲ ਕੇ ਦਰਸ਼ਨ ਕਰਨ ਗਿਆ। ਉਹ ਕਿਹੜੀ ਖਿੱਚ ਹੈ ਜੀ? ਕਿੰਨੇ ਸੱਦਿਆ ਸੀ? ਇੱਕ ਜੋਤ ਨੂੰ ਦੂਸਰੀ ਜੋਤ ਦਾ ਪਤਾ ਹੁੰਦਾ ਹੈ। ਮੌਕੇ ਦੇ ਅਵਤਾਰ ਸਨ, ਬੜੀ ਕਮਾਈ ਦੇ ਮਾਲਕ ਸਨ ਰਾਮਾਨੰਦ ਮਹਾਰਾਜ ਜੀ। ਦੁਨੀਆ ਨਮਸਕਾਰਾਂ ਕਰਦੀ ਸੀ, ਪੂਜਦੀ ਸੀ, ਤੇ ਇੱਕ ਜੋਤ ਨੂੰ ਦੂਸਰੀ ਜੋਤ ਦਾ ਪਤਾ ਕਿਹਦੇ ਘਰ ਆਈ ਹੈ? ਮਿਲਣ ਆਏ ਹੈ। ਜੋ ਤੀਜੇ ਦਿਨ ਆ ਕੇ ਦਰਵਾਜ਼ਾ ਖੜਕਾਉਂਦੇ ਹੈ, ਪਿਤਾ ਸੰਤੋਖ ਦਾਸ ਦਰਵਾਜ਼ਾ ਖੋਲਦੇ ਹੈ, ਹੱਥ ਜੋੜ ਕੇ ਚਰਨਾਂ ਤੇ ਸਿਰ ਰੱਖਤਾ, ਕਹਿੰਦੇ ਮਹਾਰਾਜ ਬੇਨਤੀਆਂ ਕਰੀ ਦੀਆਂ ਤੇ ਕਦੇ ਆਏ ਨਹੀਂ, ਅੱਜ ਆਪਣੇ ਆਪ ਅਚਾਨਕ। ਰਾਮਾਨੰਦ ਮਹਾਰਾਜ ਕਹਿੰਦੇ ਜਿਹਦਾ ਕਰਕੇ ਆਇਆ ਨਾ ਉਹਨੂੰ ਬਾਹਰ ਲਿਆ, ਤੇਰਾ ਕਰਕੇ ਨਹੀਂ ਆਇਆ। ਸੰਤੋਖ ਦਾਸ ਤੇਰੇ ਘਰ ਜਿਹੜਾ ਪੁੱਤ ਆਇਆ ਨਾ ਉਹਨੂੰ ਲਿਆ ਕੇ ਦਰਸ਼ਨ ਕਰਾ। 3 ਦਿਨ ਦੀ ਉਮਰ, 3 ਦਿਨ ਦਾ ਬੱਚਾ ਕਿੰਨਾ ਹੁੰਦਾ ਹੈ। ਲੈ ਕੇ ਰਵਿਦਾਸ ਮਹਾਰਾਜ ਜੀ ਨੂੰ ਬਾਹਰ ਆਏ ਪਿਤਾ ਜੀ, ਗੋਦ 'ਚ ਲੈ ਕੇ ਰਾਮਾਨੰਦ ਮਹਾਰਾਜ ਨੇ ਚਿਹਰੇ ਨੂੰ ਚੁੰਮਿਆ। ਚਿਹਰੇ ਨੂੰ ਚੁੰਮਣ ਦਾ ਹੀ ਬਣਾ ਲਿਆ ਵੀ ਕੰਨ 'ਚ ਕਹਿੰਦਾ ਦੁੱਧ ਪੀ ਲੈ, ਆਖੋ ਸਤਨਾਮ ਵਾਹਿਗੁਰੂ ਜੀ। ਪਿਆਰ ਦਿੱਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਆਉਣ ਵਾਲਾ ਸਮਾਂ ਇਹ ਕਿਉਂ ਆਏ। ਮੈਂ ਫਿਰ ਕਹਿ ਦਵਾਂ, ਇੱਕ ਫਕੀਰ ਦੀ ਕਦਰ ਦੂਜਾ ਫਕੀਰ ਕਰਦਾ, ਦੁਨੀਆ ਨੂੰ ਨਹੀਂ ਪਤਾ। ਅੱਜ ਵੀ ਇਦਾਂ ਹੀ ਹੈ। ਅੱਜ ਤਾਂ ਰੋਜ਼ ਦਾ ਸ਼ਰਾਬੀ ਬੰਦਾ ਸੰਤਾਂ 'ਚ ਨੁਕਸ ਕੱਢਦਾ, ਫਲਾਨਾ ਸੰਤ ਨਹੀਂ ਠੀਕ, ਫਲਾਨਾ ਸੰਤ ਨਹੀਂ ਠੀਕ, ਫਲਾਨਾ ਸੰਤ ਨਹੀਂ, ਤੂੰ ਹੀ ਠੀਕ ਹੈ ਰੋਜ਼ ਪਊਗਾ ਪੀਣ ਵਾਲਾ। ਜਿਹੜਾ ਬੰਦਾ ਤੁਰਦਾ ਹੀ ਨਹੀਂ ਸਾਧੂਆਂ ਦੇ ਮਾਰਗ ਤੇ, ਉਹ ਸੰਤਾਂ ਨੂੰ ਨੁਕਸ ਕਿਵੇਂ ਕੱਢ ਦੂਗਾ? ਜਿਸ ਬੰਦੇ ਨੂੰ ਹਾਰਮੋਨੀਅਮ ਤੇ ਹੱਥ ਨਹੀਂ ਰੱਖਣਾ ਆਉਂਦਾ, ਉਹ ਦੂਜੇ ਨੂੰ ਦੇਖ ਕੇ ਕਹੀ ਜਾਵੇ ਤੂੰ ਗਲਤ ਵਜਾ ਰਿਹਾ, ਤੈਨੂੰ ਕੀ ਪਤਾ? ਜ਼ਿਮੀਂਦਾਰ ਨੂੰ ਖੇਤ ਵਾਹੁਣ ਦਾ ਤਜਰਬਾ ਹੈ, ਤੇ ਵੱਟ ਤੇ ਮੇਰੇ ਵਰਗਾ ਖੜ ਕੇ ਕਹੀ ਜਾਵੇ ਤੂੰ ਹਲ ਡੂੰਘੇ ਲਾਉਣਾ, ਤੂੰ ਸੁਹਾਗਾ ਠੀਕ ਨਹੀਂ ਮਾਰਦਾ, ਤੈਨੂੰ ਤਜਰਬਾ ਹੀ ਨਹੀਂ, ਤੈਨੂੰ ਪਤਾ ਕੀ ਹੈ। ਬੋਲਣ ਨੂੰ ਜਿੰਨਾ ਮਰਜ਼ੀ ਬੋਲੀ ਚੱਲੋ। ਜਿਹੜਾ ਸਾਧੂਆਂ ਦਾ ਮਾਰਗ ਹੈ, ਸਾਧੂਆਂ ਨੂੰ ਪਤਾ ਹੈ, ਆਮ ਬੰਦਾ ਕੀ ਜਾਣਦਾ ਹੈ। ਸਾਧੂਆਂ ਨੂੰ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਸਾਧ ਕੀ ਮਹਿਮਾ ਵੇਦ ਨਾ ਜਾਣੈ, ਜੇਤਾ ਸੁਣੈ ਤੇਤਾ ਵਖਿਆ। ਰੱਬ ਦੀ ਤੇ ਰੱਬ ਦੇ ਪਿਆਰਿਆਂ ਦੀ ਮਹਿਮਾ ਤਾਂ ਕਿਤਾਬਾਂ ਨਹੀਂ ਜਾਣ ਸਕਦੀਆਂ, ਗ੍ਰੰਥ ਨਹੀਂ ਜਾਣ ਸਕਦੇ, ਤੇ ਬੰਦਾ ਕੀ ਹੁੰਦਾ ਹੈ?
ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਇਹ ਰੱਬ ਦਾ ਅੰਤ ਪਾਇਆ ਕਿਸੇ ਨੇ, ਪਰ ਕਸੂਰ ਕਿਸੇ ਸਾਡਾ ਵੀ ਨਹੀਂ ਹੈ। ਕਸੂਰ ਸਾਡੇ ਵਿੱਚ ਬੜੇ ਭੇਖੀਆਂ ਦਾ ਹੈ, ਜਿਹੜੇ ਸੰਤਾਂ ਦਾ ਬਾਣਾ ਪਾ ਕੇ ਦੁਨੀਆ ਨੂੰ ਲੁੱਟਣ ਦਾ ਹੀ ਲੱਕ ਬੰਨਿਆ ਹੋਇਆ ਜਿਹੜਾ। ਏਦਾਂ ਦੇ ਮੈਂ ਤੁਹਾਨੂੰ ਦੱਸ ਦਿੰਦਾ ਦੁਨੀਆ ਤੇ, ਤੁਸੀਂ ਵੀ ਤਜਰਬਾ ਕਰ ਲਿਓ। ਜੇ ਤਾਂ ਆਵੇ ਕੋਈ ਗਰੀਬ ਫੁੱਲੀਆਂ ਪਤਾਸੇ ਲੈ ਕੇ ਮੱਥਾ ਟੇਕਣ, 70 ਰੁਪਏ ਕਿਲੋ ਵਾਲਾ ਬੇਸਣ ਲੈ ਕੇ, ਤੇ ਮੇਰੇ ਵਰਗਾ ਸੋਫੇ ਤੇ ਬੈਠੇ ਕੇ ਜਦੋਂ ਵਰਤਾਓ ਸੰਗਤ ਤੋਂ ਵਰਤਾਓ। ਜੇ ਕੋਈ ਆਵੇ 500 ਵਾਲੀ ਬਰਫੀ ਤਾਂ ਉੱਤੇ ਰੱਖਿਆ ਹੋਵੇ 1100, ਕਹਿਣਗੇ ਅੰਦਰ ਰੱਖੋ, ਫਿਰ ਦੇਖਦੇ ਕੀ ਕਰਨਾ। ਇਹ ਸਾਧੂ ਹੁੰਦੇ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਸਮਾਨ। ਰੱਬ ਦੇ ਪਿਆਰਿਆਂ ਦੀ ਦ੍ਰਿਸ਼ਟੀ ਸਭ ਲਈ ਇੱਕੋ ਜਿਹੀ ਹੁੰਦੀ ਹੈ, ਉਹਨਾਂ ਲਈ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ। ਜਿਹੜਾ ਬੰਦਾ ਅੱਜ ਵੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਜਾਤ ਪਾਤ ਵਿੱਚ ਫਸਿਆ, ਲੱਖ 3 ਫੁੱਟ ਦੀ ਸ਼੍ਰੀ ਸਾਹਿਬ ਫੜੀ ਫਿਰੇ, ਕੋਈ ਸਿੱਖ ਨਹੀਂ ਹੈ। ਲੱਖ ਗਿੱਟਿਆਂ ਤੱਕ ਚਿੱਟਾ ਚੂੜਾ ਪਾਈ ਫਿਰੇ, ਕੋਈ ਉਹਦੇ ਚ ਸਿੱਖਣ ਵਾਲਾ ਗੁਣ ਨਹੀਂ ਹੈ। ਇਹ ਮੈਂ ਨਹੀਂ ਕਹਿੰਦਾ, ਬਾਪੂ ਕਹਿੰਦਾ ਬਾਣੀ, ਮਰਗ ਦੇ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ, ਇਸ ਗਰਭ ਤੇ ਚੱਲੇ ਬਹੁਤ ਵਿਕਾਰਾ। ਕਹਿੰਦੇ ਕਦੇ ਜਾਤ ਦਾ ਹੰਕਾਰ ਨਾ ਕਰਿਓ, ਮਨ ਚ ਵਕਾਰ ਚੱਲਣਗੇ। ਅਸੀਂ ਗਾ ਕੇ ਪ੍ਰਮੋਟ ਕਰਦੇ ਹਾਂ ਜੀ, ਆਖੋ ਸਤਨਾਮ ਵਾਹਿਗੁਰੂ ਜੀ। ਚਾਹੇ ਕੋਈ ਜਾਤ ਹੋਵੇ, ਇਹ ਚ ਕੋਈ ਸ਼ੇਖੀ ਨਹੀਂ ਹੈ। ਗੁਰੂ ਘਰ ਚ ਵੀ ਝੂਠੇ ਹੁੰਦੇ ਹੋ। ਹੁਣ ਜਦੋਂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕੀਤੇ, ਰਵਿਦਾਸ ਮਹਾਰਾਜ ਨੇ ਰਾਮਾਨੰਦ ਮਹਾਰਾਜ ਦੇ ਦੀਦਾਰ ਕੀਤੇ, ਸਰੀਰ ਵੱਡੇ ਛੋਟੇ ਅੰਦਰਲੀ ਜੋਤ ਇੱਕ ਹੈ, ਤੇ ਵੱਡਾ ਪ੍ਰਮਾਣ ਇਹ ਤੋਂ ਕੀ ਲੈਣਾ ਹੈ? ਜੋਤ ਇੱਕ ਕਰਕੇ ਅੱਜ ਇੱਕ ਥਾਂ ਬੈਠੇ ਹੈ। ਆਖੋ ਸਤਨਾਮ ਵਾਹਿਗੁਰੂ ਜੀ। ਕਿੰਨੀ ਉਮਰ ਰਾਮਾਨੰਦ ਮਹਾਰਾਜ ਦੀ, ਤੇ ਅਜੇ 3 ਦਿਨ ਨੇ ਸਤਿਗੁਰੂ ਰਵਿਦਾਸ ਮਹਾਰਾਜ। ਪਹਿਲੀ ਗੱਲ, ਕਦੇ ਜਨਮ ਦਿਹਾੜਾ ਨਹੀਂ ਕਹਿਣਾ। ਆਗਮਨਪੁਰ, ਪ੍ਰਕਾਸ਼ਪੁਰ, ਗੁਰਪੁਰਬ, ਪ੍ਰਗਟ ਦਿਹਾੜਾ। ਦੂਜੀ ਬੇਨਤੀ, ਭਗਤ ਤੇ ਗੁਰੂ ਤੋਂ ਲੜਾਈ ਨਹੀਂ ਕਰਨੀ। ਇਹ ਬਹੁਤ